किसान वीरो, मैं डॉक्टर ठाकर सिंह सीनियर फसल विग्यानी के तौर पर पंजाब खेतीबाड़ी यूनीवर्सिटी विच सेवा निभा रहा हाँ। अज असी किसान वीरो गल्लां करांगे हाड़ी दीयां फसलों के विच अंतर फसलां किस तरह उगा के ते वध मुनाफा किवें आपां कमा सकते हाँ। सो किसान वीरो, जिस तरह तुसीं जाणदे हो कि हुण जिहड़ी हाड़ी दी फसल आउणी है वो है तोरिया, तो इस तोरिया ते गोभी सरों की असीं रलवीं फसल करके वध मुनाफा लै सकते हाँ। जिस तरह तुसीं जाणदे हो कि तोरिया 15 सितंबर तो लैके 30 सितंबर तक इसकी काश्त की जा सकती है। सो जिहड़े सितंबर का दूजा पंद्रवाड़ा है उस विच किसान वीरो तुसीं गोभी सरों ਅਤੇ ਤੋਰੀ ਦੀ ਕਾਸ਼ਤ ਜਿਹੜੀ ਹੈਗੀ ਆ ਉਹ ਅੰਤਰ ਫਸਲਾਂ ਦੇ ਤੌਰ ਤੇ ਕਰ ਸਕਦੇ ਹੋ। ਇਸ ਦੇ ਵਾਸਤੇ ਇਹ ਦੇਖਣ ਦੀ ਲੋੜ ਹੈ ਕਿ ਤੁਸੀਂ ਤੋਰੀਏ ਦੀ ਕੋਈ ਵੀ ਕਿਸਮ, ਚਾਹੇ ਉਹ TL 15 ਹੈ ਜਾਂ TL 17 ਹੈ, ਉਸ ਦੇ ਵਿੱਚ ਉਹ ਇਹ ਕਿਸਮਾਂ ਲੈਣੀਆਂ ਹਨ। ਤੇ ਗੋਭੀ ਸਰੋਂ ਦੇ ਵਿੱਚ GSL 1 ਕਿਸਮ ਹੈ ਜਾਂ ਹਾਇਓਲਾ ਕਿਸਮ ਇੱਕ ਆਉਂਦੀ ਹੈ ਜਾਂ GSC 7 ਕਿਸਮ ਹੈਗੀ ਆ। ਇਹਨਾਂ ਦੀ ਤੁਸੀਂ ਬਿਜਾਈ ਕਰ ਸਕਦੇ ਹੋ। ਬੀਜਣ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਜ਼ਰੂਰੀ ਰੱਖਣਾ ਹੈ ਕਿ ਇਸ ਦੀ ਬਿਜਾਈ ਕਿਸ ਤਰ੍ਹਾਂ ਕਰਨੀ ਹੈ। ਕਿਸਾਨ ਵੀਰੋ, ਇਸ ਦੇ ਦੋ ਤਰੀਕੇ ਹਨ। ਇੱਕ ਤਾਂ ਲਾਈਨਾਂ ਦੇ ਵਿੱਚ ਅਸੀਂ ਫਸਲਾਂ ਦੀ ਬਿਜਾਈ ਕਰ ਸਕਦੇ ਹਾਂ। ਇਹ ਕਰਨਾ ਹੈ ਕਿ 22.5 ਸੈਂਟੀਮੀਟਰ ਦੀ ਕਤਾਰ ਤੋਂ ਕਤਾਰ ਦਾ ਫਾਸਲਾ ਰੱਖ ਕੇ ਇੱਕ ਲਾਈਨ ਤੋਰੀਏ ਦੀ ਅਤੇ ਜਿਹੜੀ ਦੂਜੀ ਲਾਈਨ ਹੈਗੀ ਆ ਉਹ ਗੋਭੀ ਸਰੋਂ ਦੀ ਅਸੀਂ ਬਿਜਾਈ ਕਰਨੀ ਹੈ। ਜੇਕਰ ਕਿਸਾਨ ਵੀਰੋ ਤੁਸੀਂ ਬਿਜਾਈ ਤੋਰੀਏ ਦੀ ਛੱਟੇ ਨਾਲ ਕਰਨੀ ਹੈ ਤਾਂ ਫਿਰ ਕੀ ਕਰਨਾ ਹੈ ਕਿ ਤੁਸੀਂ ਤੋਰੀ ਦਾ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜਾ ਬੀਜ ਹੈਗਾ ਉਹ ਪਹਿਲਾਂ ਉਸ ਦਾ ਛੱਟਾ ਦੇ ਦਿਓ। ਉਸ ਤੋਂ ਬਾਅਦ 45 ਸੈਂਟੀਮੀਟਰ ਦੀ 1.5 ਫੁੱਟ ਦੀ ਵਿੱਥ ਤੇ ਤੁਸੀਂ ਜਿਹੜੀ ਹੈਗੇ ਆ ਤੋਰੀਆ ਉਸ ਦੀ ਬਿਜਾਈ ਕਰ ਦਿਓ ਤਾਂ ਕਿ ਉਹ ਆਸ ਵਿੱਚ ਇੱਕ ਦੂਜੇ ਦੇ ਵਿੱਚ ਰਲ ਨਾ ਜਾਣ। ਸੋ ਇਸ ਤਰ੍ਹਾਂ ਜਦੋਂ ਤੁਸੀਂ ਕਰੋਗੇ ਤਾਂ ਤਕਰੀਬਨ 1 ਕਿਲੋ ਸਰੋਂ ਦਾ ਔਰ 1 ਕਿਲੋ ਤੋਰੀਆ ਦਾ ਬੀਜ ਵਰਤਣਾ ਹੈ ਤੇ ਜਿਹੜਾ ਝਾੜ ਹੋਊਗਾ ਉਹ ਤੁਹਾਨੂੰ ਤਕਰੀਬਨ 12 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲੂਗਾ। ਜਿਹੜਾ ਹੈਗਾ ਤੋਰੀਆ ਉਹ ਤਕਰੀਬਨ ਦਸੰਬਰ ਦੇ ਵਿੱਚ ਪੱਕ ਜਾਂਦਾ ਹੈ ਤੇ ਜਿਹੜੀ ਗੋਭੀ ਸਰੋਂ ਹੈ ਖਾਸ ਕਰਕੇ GSL 1 ਕਿਸਮ ਹੈਗੀ ਆ ਜਾਂ ਹਯੋਲਾ ਕਿਸਮ ਹੈ, ਉਹ ਜਿਹੜੀ ਕਿਸਮ ਤੋਂ ਤੁਸੀਂ 8 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਲਾ ਸਕਦੇ ਹੋ, ਜਿਹੜੀ ਕਿ ਤਕਰੀਬਨ ਮਾਰਚ ਦੇ ਅਖੀਰ ਤੱਕ ਪੱਕ ਜਾਂਦੀ ਹੈਗੀ ਆ। ਸੋ ਕਿਸਾਨ ਵੀਰੋ, ਜੇ ਇੱਕ ਫਸਲ ਬੀਜੋਗੇ ਤੁਹਾਨੂੰ ਤੋਰੀਏ ਦਾ 4 ਕੁਇੰਟਲ ਝਾੜ ਨਿਕਲੂਗਾ, 4 ਜਾਂ 4.5, ਔਰ ਜਿਹੜੀ ਸਰੋਂ ਹੈਗੀ ਆ ਉਹਦਾ 7 ਤੋਂ 8 ਕੁਇੰਟਲ ਨਿਕਲੂਗਾ। ਜੇਕਰ ਤੁਸੀਂ ਰਲਵੀਂ ਕਾਸ਼ਤ ਕਰੋਗੇ ਤਾਂ ਤਕਰੀਬਨ 12 ਕੁਇੰਟਲ ਝਾੜ ਲੈ ਸਕਦੇ ਹੋ ਤੇ 1.5 ਗੁਣਾ ਆਪਦਾ ਜਿਹੜਾ ਮੁਨਾਫਾ ਹੈਗਾ ਉਹ ਤੁਸੀਂ ਵਧਾ ਸਕਦੇ ਹੋ। ਮੇਰਾ ਨਾਮ ਮੰਗਰਾਵਲ ਸਿੰਘ, ਪਿੰਡ ਨਿਜ਼ਾਮਪੁਰ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਔਰ ਮੈਂ ਇੱਕ ਛੋਟੇ ਪੱਧਰ ਦਾ ਕਿਸਾਨ ਹਾਂ। ਮੇਰੇ ਕੋਲ ਕੁੱਲ 3 ਕਿੱਲੇ ਜ਼ਮੀਨ ਆ ਤੇ ਮੈਂ ਇਸ 3 ਕਿੱਲੇ ਵਿੱਚ ਆਪਣੀ ਖੇਤੀ ਕਰਦਾ ਔਰ ਸਾਲ ਵਿੱਚ ਮੈਂ 3 ਫਸਲਾਂ ਇਸ 1 ਕਿੱਲੇ ਵਿੱਚੋਂ ਪ੍ਰਾਪਤ ਕਰਦਾ ਵਾਂ। ਔਰ ਇਸ ਦੇ ਨਾਲ ਨਾਲ ਮੈਂ ਆਪਣਾ ਮਧੂ ਮੱਖੀਆਂ ਦਾ ਕੰਮ ਵੀ ਕੀਤਾ ਜੋ ਕਿ ਇੱਕ ਬਹੁਤ ਹੀ ਸਹਾਇਕ ਧੰਦਾ ਸਾਬਤ ਹੋਇਆ ਮੇਰੇ ਨਾਲ। ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਮੇਰਾ ਕੁੱਲ 15-20 ਹਜ਼ਾਰ ਤੋਂ ਮੈਂ ਸਟਾਰਟਿੰਗ ਕੀਤਾ ਸੀਗਾ ਇਹ ਕੰਮ ਖਰਚੇ ਤੋਂ, ਔਰ ਪਹਿਲੇ ਸਾਲ ਵਿੱਚ ਮੇਰਾ ਇਹ ਖਰਚਾ ਪੂਰਾ ਹੋ ਗਿਆ ਸੀ ਤੇ ਇਹ ਖਰਚਾ ਮੈਂ ਕੁਝ 10 ਕੁ ਡੱਬਿਆਂ ਤੋਂ ਸਟਾਰਟ ਕੀਤਾ ਸੀਗਾ ਔਰ ਅੱਜ ਮੇਰੇ ਕੋਲ 30 ਡੱਬਿਆਂ 'ਤੇ ਕੰਮ ਜਾ ਪਹੁੰਚਿਆ ਤੇ ਜੋ ਕਿ ਮੈਨੂੰ ਇੱਕ ਬਹੁਤ ਹੀ ਲਾਹੇਵੰਦ ਧੰਦਾ ਸਾਬਤ ਹੋਇਆ ਵਾ। ਉਸ ਦੇ ਨਾਲ ਨਾਲ ਮੇਰਾ ਹਲਦੀ ਦਾ ਕੰਮ ਕੀਤਾ ਗਿਆ ਨਾਲ। ਹਲਦੀ ਦੇ ਕੰਮ ਦੀ ਮੈਂ ਖੁਦ ਪ੍ਰੋਸੈਸਿੰਗ ਕਰਕੇ ਖੁਦ ਪੈਕਿੰਗ ਕਰਕੇ ਇਸ ਨੂੰ ਵੇਚਦਾ ਵਾਂ। ਅਪ੍ਰੈਲ ਦੇ ਮਹੀਨੇ ਵਿੱਚ ਮੱਕੀ ਦੀ ਬਿਜਾਈ ਕਰਕੇ ਹੁਣ ਇਸ ਮਹੀਨੇ ਵੱਢ ਕੇ ਫਿਰ ਇਸ ਤੋਂ ਬਾਅਦ ਮਟਰ ਜਾਂ ਬੀਨ ਦੀ ਬਿਜਾਈ ਕੀਤੀ ਜਾਂਦੀ ਆ ਔਰ ਇਸ ਤੋਂ ਬਾਅਦ ਫਿਰ ਮੈਂ ਕਣਕ ਦੀ ਬਿਜਾਈ ਕਰਕੇ ਦੁਬਾਰਾ ਫਿਰ ਮਕਈ ਦੀ ਬਿਜਾਈ ਤੇ ਪੈਲੀ ਨੂੰ ਲੈ ਕੇ ਆਉਣਾ। ਇਸ ਤਰ੍ਹਾਂ ਮੈਂ ਇਹ 3 ਫਸਲਾਂ ਜੋ ਆਪਣੀ 1 ਕਿੱਲੇ ਜ਼ਮੀਨ ਵਿੱਚੋਂ ਪ੍ਰਾਪਤ ਕਰਦਾ ਹਾਂ। ਮਧੂ ਮੱਖੀਆਂ ਦਾ ਕੰਮ ਮੈਂ ਸਨ 2016 ਵਿੱਚ ਸ਼ੁਰੂ ਕੀਤਾ ਜੋ ਕਿ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪਹਿਲਾਂ ਟ੍ਰੇਨਿੰਗ ਪ੍ਰਾਪਤ ਕੀਤੀ ਔਰ 2016 ਤੋਂ ਮੈਂ ਆਪਣਾ 10 ਡੱਬਿਆਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਜੋ ਕਿ ਮੇਰਾ ਕੁੱਲ ਖਰਚਾ 20 ਤੋਂ 25 ਹਜ਼ਾਰ ਦਾ ਖਰਚਾ ਆਇਆ ਸੀਗਾ ਔਰ ਇਹ ਖਰਚਾ ਮੈਂ ਪਹਿਲੇ ਸਾਲ ਵਿੱਚ ਜਾਨੀ ਕਿ ਮੇਰਾ ਪੂਰਾ ਹੋ ਗਿਆ। ਔਰ ਇਸ ਤੋਂ ਬਾਅਦ ਸ਼ਹਿਦ ਦੀ ਮੈਂ ਖੁਦ ਆਪਣੇ ਕਿਲੋ, ਅੱਧਾ ਕਿਲੋ ਔਰ ਪਾਈਆ ਦੀ ਪੈਕਿੰਗ ਕਰਕੇ ਵੇਚਦਾ ਕਿਉਂਕਿ ਮੈਂ ਕੋਈ ਵੱਡੇ ਲੈਵਲ ਤੇ ਬੀ ਕੀਪਰ ਨਹੀਂ ਗਾ, ਨਾ ਹੀ ਮੈਂ ਇਹਦੀ ਮਾਈਗ੍ਰੇਸ਼ਨ ਕਰਦਾ ਔਰ ਮੈਂ ਡੱਬੇ ਵੀ ਇੱਥੇ ਆਪਣੇ ਲੋਕਲ ਹੀ ਰੱਖਦਾ ਹਾਂ। ਮੇਰੇ ਕੋਲ ਜਿਹੜੀ ਹਲਦੀ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ, ਜੋ ਮੈਂ ਹਲਦੀ ਬੀਜਦਾ, ਇਹ ਮੈਂ ਇੱਕ ਆਰਗੈਨਿਕ ਹਲਦੀ ਹੀ ਤਿਆਰ ਕਰਦਾ ਹਾਂ। ਇਸ ਨੂੰ ਮੈਂ ਸਟਾਰਟਿੰਗ ਦੇ ਵਿੱਚ ਰੂੜੀ ਨਾਲ ਪੂਰਾ ਢੱਕ ਦਿੰਦਾ ਹਾਂ ਜੋ ਸਾਰਾ ਸਾਲ ਰੂੜੀ ਆਪਣੇ ਤਰੀਕੇ ਦੇ ਨਾਲ ਪਾਣੀ ਦੀ ਮਾਤਰਾ ਦੇ ਨਾਲ ਗਲਦੀ ਰਹਿੰਦੀ ਹੈ ਤੇ ਇਸ ਨੂੰ ਲੱਗਦੀ ਰਹਿੰਦੀ ਹੈ। ਮੈਂ ਹਲਦੀ ਵਿੱਚ ਕਦੇ ਵੀ ਕੋਈ ਫਰਟੀਲਾਈਜ਼ਰ ਯੂਜ਼ ਨਹੀਂ ਕੀਤਾ, ਨਾ ਹੀ ਇਸ 'ਤੇ ਕੋਈ ਕੈਮੀਕਲ ਯੂਜ਼ ਕੀਤਾ, ਨਾ ਹੀ ਇਸ 'ਤੇ ਮੈਂ ਥੱਲੇ ਕੋਈ DAP ਵਗੈਰਾ ਕੁਛ ਨਹੀਂ ਪਾਉਂਦਾ।
ਇਸ ਨੂੰ ਮੈਂ ਆਰਗੈਨਿਕ ਹੀ ਤਿਆਰ ਕਰਦਾ ਹਾਂ। ਮੈਂ ਆਪਣੇ 1 ਏਕੜ ਦੇ ਵਿੱਚ ਮਈ ਮਹੀਨੇ ਦੇ ਵਿੱਚ ਮੱਕੀ ਬੀਜੀ ਸੀਗੀ, ਜੋ ਕਿ ਮੈਨੂੰ 3 ਮਹੀਨੇ ਦੇ ਵਿੱਚ ਮੱਕੀ ਤਿਆਰ ਹੋ ਗਈ। ਔਰ ਉਹ ਮੱਕੀ ਜੋ ਮੈਂ ਤਿਆਰ ਕੀਤੀ ਸੀਗੀ, ਪਕਾਵੀਂ ਨਹੀਂ ਕੀਤੀ, ਜਦ ਕਿ ਉਸ ਨੂੰ ਦੁੱਧਾ ਛੱਲੀ 'ਤੇ ਹੀ ਮੈਂ ਉਸ ਦੀ ਸੇਲ ਕਰ ਦਿੱਤੀ ਸੀਗੀ, ਜੋ ਕਿ ਮੈਨੂੰ ਕਾਫੀ ਹੀ ਝੋਨੇ ਦੇ ਨਾਲੋਂ ਬਹੁਤ ਹੀ ਵਧੀਆ ਆਮਦਨ ਉਸਨੇ ਮੈਨੂੰ ਦਿੱਤੀ। ਔਰ ਝੋਨੇ ਨਾਲੋਂ ਮੇਰਾ ਖਰਚਾ ਵੀ ਬਹੁਤ ਘਟਿਆ ਸੀਗਾ ਉਹਦੇ 'ਤੇ। ਕਿਸਾਨ ਵੀਰੋ, ਜਿਹੜੀ ਦੂਜੀ ਸਾਡੀ ਹਾੜੀ ਦੇ ਵਿੱਚ ਮੁੱਖ ਫਸਲ ਹੈ ਕਣਕ। ਸੋ ਕਣਕ ਦੇ ਵਿੱਚ ਅਸੀਂ ਇਹ ਕਹਿੰਦੇ ਆ, ਜੇ ਕਿਸੇ ਕਿਸਾਨ ਵੀਰ ਨੇ ਕਣਕ ਦੇ ਵਿੱਚ ਸਰੋਂ ਦੀ ਕਾਸ਼ਤ ਕਰਨੀ ਆ ਤਾਂ 12 ਲਾਈਨਾਂ ਤੋਂ ਬਾਅਦ 1 ਲਾਈਨ ਸਰੋਂ ਦੀ ਬੀਜੀ ਜਾ ਸਕਦੀ ਹੈ। ਵੈਸੇ ਤਾਂ ਮੈਂ ਕਿਸਾਨ ਵੀਰੋ ਇਹ ਕਹੂੰਗਾ ਕਿ ਆਮ ਤੌਰ 'ਤੇ ਅਸੀਂ ਇਸ ਦੀ ਕਣਕ ਦੇ ਵਿੱਚ ਸਰੋਂ ਦੀ ਵਿੱਚ ਕਾਸ਼ਤ ਨਹੀਂ ਕਰਦੇ ਹੈਗੇ, ਕਿਉਂਕਿ ਲਾਈਨਾਂ 'ਚ ਬੀਜੀ ਜਾਂਦੀ ਹੈ ਅਤੇ ਕਿਸਾਨ ਵੀਰ ਵੱਡੇ ਕਿਆਰੇ ਬਣਾਉਂਦੇ ਹਨ। ਸੋ ਮੈਂ ਇਹ ਦੱਸਣਾ ਚਾਹੂੰਗਾ ਕਿ ਆਮ ਤੌਰ 'ਤੇ ਕਿਸਾਨ ਵੀਰਾਂ ਨੂੰ 7 ਜਾਂ 8 ਕਿਆਰੇ ਪ੍ਰਤੀ ਏਕੜ ਦੇ ਹਿਸਾਬ ਨਾਲ ਬਣਾ ਲੈਣੇ ਚਾਹੀਦੇ ਹਨ ਅਤੇ ਉਸ ਦੇ ਵੱਟਾਂ ਦੇ ਉੱਤੇ ਸਰੋਂ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤਕਰੀਬਨ 1 ਕੁਆਂਟਲ ਤੋਂ 1.5 ਕੁਆਂਟਲ ਪ੍ਰਤੀ ਏਕੜ ਝਾੜ ਤੁਸੀਂ ਸਰੋਂ ਦਾ ਲੈ ਸਕਦੇ ਹੋ ਅਤੇ ਵਧੇਰਾ ਮੁਨਾਫਾ ਕਮਾ ਸਕਦੇ ਹੋ। ਸੋ ਇਸ ਦੇ ਨਾਲ ਕੀ ਆ, ਕਣਕ ਦੇ ਝਾੜ ਉੱਤੇ ਵੀ ਕੋਈ ਅਸਰ ਨਹੀਂ ਪੈਂਦਾ ਹੈਗਾ ਅਤੇ ਨਾਲੇ ਕੀ ਆ, ਜੇ ਛੋਟੇ ਕਿਆਰੇ ਕਿਸਾਨ ਵੀਰੋ ਬਣਾਓਗੇ ਤਾਂ ਉਸ ਦੇ ਨਾਲ ਕੀ ਆ ਕਿ ਸਾਡੀ ਪਾਣੀ ਦੀ ਵੀ ਬਚਤ ਹੁੰਦੀ ਹੈ ਅਤੇ ਕਣਕ ਸਾਡੀ ਜਿਹੜੀ ਹੈਗੀ ਆ ਉਹ ਪੀਲੀ ਵੀ ਨਹੀਂ ਪੈਂਦੀ ਹੈ। ਇਸ ਤੋਂ ਅਗਲੀ ਫਸਲ ਕਿਸਾਨ ਵੀਰੋ ਆ ਜਾਂਦੀ ਹੈ ਪਤਝੜ ਦਾ ਕਮਾਦ। ਸੋ ਪਤਝੜ ਦਾ ਕਮਾਦ ਜਿਹੜਾ ਹੈਗਾ ਉਹ 15 ਸਤੰਬਰ ਤੋਂ ਲੈ ਕੇ 15 ਅਕਤੂਬਰ ਤੱਕ ਇਸ ਦੀ ਬਿਜਾਈ ਅਸੀਂ ਕਰ ਸਕਦੇ ਹਾਂ। ਸੋ ਪਤਝੜ ਦੇ ਕਮਾਦ ਦੇ ਵਿੱਚ ਕਿਸਾਨ ਵੀਰੋ ਅਸੀਂ 90 ਸੈਂਟੀਮੀਟਰ ਦੇ ਫਾਸਲੇ 'ਤੇ, ਯਾਨੀ ਕਿ 3 ਫੁੱਟ ਦੇ ਫਾਸਲੇ 'ਤੇ ਅਸੀਂ ਇਸ ਦੀ ਬਿਜਾਈ ਦੀ ਸਿਫਾਰਿਸ਼ ਕਰਦੇ ਹਾਂ। ਸੋ ਪਤਝੜ ਰੁੱਤ ਦੇ ਕਮਾਦ ਦੇ ਵਿੱਚ ਕਾਫੀ ਸਾਰੀਆਂ ਤੁਸੀਂ ਫਸਲਾਂ ਦੀ ਕਾਸ਼ਤ ਕਰ ਸਕਦੇ ਹੋ। ਜਿਸ ਤਰ੍ਹਾਂ ਹਾੜੀ ਦੀਆਂ ਕੋਈ ਵੀ ਫਸਲਾਂ ਹਨ, ਜਿਸ ਤਰ੍ਹਾਂ ਅਸੀਂ ਕਣਕ ਦੀ ਕਾਸ਼ਤ ਕਰ ਸਕਦੇ ਹਾਂ, ਛੋਲਿਆਂ ਦੀ ਕਾਸ਼ਤ ਕਰ ਸਕਦੇ ਹਾਂ, ਤੋਰੀਏ ਦੀ ਕਰ ਸਕਦੇ ਹਾਂ, ਗੋਭੀ ਸਰੋਂ ਜਾਂ ਰਾਇਆ, ਇਹਨਾਂ ਫਸਲਾਂ ਦੀ ਕਾਸ਼ਤ ਕਰ ਸਕਦੇ ਹਾਂ। ਝੋਨੇ ਦੇ ਮੁਕਾਬਲੇ ਉਸ 'ਤੇ ਆਉਣ ਵਾਲਾ ਖਰਚ, ਜਿਵੇਂ ਖਾਦ, ਦਵਾਈਆਂ, ਉਸ ਨਾਲ ਸਭ ਤੋਂ ਉਸ 'ਤੇ ਘੱਟ ਲੱਗਾ ਸੀਗਾ ਅਤੇ ਝੋਨੇ ਦੇ ਨਾਲੋਂ ਮੇਰੀ ਪੈਲੀ ਵੀ ਪਹਿਲਾਂ ਉਹ ਤੋਂ ਵਿਹਲੀ ਹੋ ਗਈ ਸੀ। ਹੁਣ ਉਸ ਤੋਂ ਬਾਅਦ ਮੈਂ ਗੇਤਾ ਹੀ ਮਟਰ ਜਾਂ ਬੀਨ ਮੈਂ ਲਗਾ ਸਕਦਾ ਹਾਂ। ਜੇਕਰ ਝੋਨੇ ਦੀ ਖੇਤੀ ਮੈਂ ਕਰਦਾ ਤਾਂ ਉਸ ਨਾਲ ਮੇਰੀ ਇਹ ਫਸਲਾਂ ਲੇਟ ਹੋ ਜਾਂਦੀਆਂ ਹਨ। ਇਸ ਤਰ੍ਹਾਂ ਮੈਂ ਮਕਈ ਦੀ ਖੇਤੀ ਕਰਕੇ ਇਸ ਤੋਂ ਬਾਅਦ ਬੀਨ ਦੀ ਖੇਤੀ ਕਰਾਂਗਾ ਅਤੇ ਬੀਨ ਦੀ ਖੇਤੀ ਤੋਂ ਬਾਅਦ ਫਿਰ ਮੈਂ ਕਣਕ ਦੀ ਖੇਤੀ ਕਰਕੇ ਫਿਰ ਦੁਬਾਰਾ ਮਕਈ ਦੀ ਖੇਤੀ 'ਤੇ ਇਸ ਨੂੰ ਲਿਆਵਾਂਗਾ। ਇਸ ਤਰ੍ਹਾਂ ਮੈਂ ਇਸ ਦੇ ਨਾਲ 3 ਵਾਰ 1 ਸਾਲ ਵਿੱਚ 3 ਫਸਲਾਂ ਪ੍ਰਾਪਤ ਕਰਦਾ ਹਾਂ। ਇਸ ਦੇ ਵਿੱਚੋਂ ਜੇਕਰ ਮੈਨੂੰ ਕੁਛ ਸਮਾਂ ਮਿਲੇ ਤਾਂ ਇਸ ਦੇ ਵਿੱਚ ਮੈਂ ਸਾਗ ਦੀ ਖੇਤੀ ਵੀ ਪ੍ਰਾਪਤ ਕਰ ਲੈਂਦਾ ਹਾਂ। ਜੇਕਰ ਕਈ ਵਾਰ ਮੌਸਮ ਦੇ ਅਕੋਰਡਿੰਗ ਕੋਈ ਫਸਲ ਮੌਸਮ ਦੇ ਹਿਸਾਬ ਨਾਲ ਪਹਿਲਾਂ ਪੱਕ ਜਾਂਦੀ ਹੈ ਤਾਂ ਉਸ ਵਿੱਚ ਤੁਹਾਨੂੰ 1 ਤੋਂ ਮਹੀਨੇ ਤੋਂ 1.5 ਮਹੀਨੇ ਦਾ ਸਮਾਂ ਮਿਲ ਜਾਂਦਾ ਹੈ, ਜਿਸ ਵਿੱਚ ਤੁਸੀਂ ਕੋਈ ਛੋਟੀ ਫਸਲ ਜਿਵੇਂ ਸਬਜ਼ੀ ਕਹਿ ਲਈਏ, ਸਾਗ ਜਾਂ ਹੋਰ ਕੋਈ ਵੀ ਖੇਤੀ ਤੁਸੀਂ ਇਸ ਵਿੱਚ ਲੈ ਸਕਦੇ ਜੀ। ਔਰ ਇਸ ਤੋਂ ਇਲਾਵਾ ਜੋ ਮੈਂ ਆਪਣਾ ਹਲਦੀ ਦਾ ਕੰਮ ਕੀਤਾ, ਉਸ ਦੇ ਵਿੱਚ ਵੀ ਮੈਨੂੰ ਕਾਫੀ ਪ੍ਰੋਫਿਟ ਆ ਰਿਹਾ ਵਾ, ਕਿਉਂਕਿ ਇਹ ਪ੍ਰੋਫਿਟ ਆਉਣ ਦਾ ਕਾਰਨ ਮੇਨ ਇਹੀ ਆ ਕਿ ਮੈਂ ਇਸ ਦੀ ਖੁਦ ਪ੍ਰੋਸੈਸਿੰਗ ਕਰਕੇ, ਖੁਦ ਪੈਕਿੰਗ ਕਰਕੇ ਵੇਚ ਰਿਹਾ, ਨਾ ਕਿ ਮੈਂ ਕਿਸੇ ਦੁਕਾਨਦਾਰ ਜਾਂ ਡਿਲਰਾਂ ਕੋਲ ਵੇਚ ਰਿਹਾ ਵਾਂ। ਇਸ ਕਰਕੇ ਹਲਦੀ ਦਾ ਮੈਨੂੰ ਤਾਂ ਹੀ ਫਾਇਦਾ ਵਾ ਜੇਕਰ ਮੈਂ ਖੁਦ ਇਸ ਨੂੰ ਪ੍ਰੋਸੈਸਿੰਗ ਕਰਕੇ ਵੇਚਾਂ। ਤੇ ਹਲਦੀ ਦੀ ਬਿਜਾਈ ਦੀ ਗੱਲ ਕਰੀਏ ਤਾਂ ਇਹ ਮਾਰਚ ਮਹੀਨੇ ਦੇ ਵਿੱਚ, ਮਾਰਚ ਮਹੀਨੇ ਤੋਂ ਲੈ ਕੇ ਮਈ ਮਹੀਨੇ ਤੱਕ ਇਸ ਦੀ ਬਿਜਾਈ ਕੀਤੀ ਜਾਂਦੀ ਹੈ, ਜੋ ਕਿ ਇਹਦਾ ਬਹੁਤ ਹੀ ਢੁਕਵਾਂ ਸਮਾਂ ਹੈ। ਔਰ ਇਸ ਦੀ ਜਿਹੜੀ ਪਟਾਈ ਹੈ ਉਹ ਮਾਰਚ ਅਪ੍ਰੈਲ ਮਹੀਨੇ ਵਿੱਚ ਹੋ ਜਾਣੀ ਚਾਹੀਦੀ ਹੈ, ਕਿਉਂਕਿ ਇਹੀ ਸਮਾਂ ਇਸ ਦਾ ਸਾਲ ਦੀ ਇਹ ਖੇਤੀ ਕੀਤੀ ਜਾਂਦੀ ਹੈ ਅਤੇ ਇਹ ਮਾਰਚ ਮਹੀਨੇ ਵਿੱਚ ਇਸ ਦੀ ਪਟਾਈ ਕਰਕੇ ਫਿਰ ਦੁਬਾਰਾ ਅਪ੍ਰੈਲ ਮਈ ਵਿੱਚ ਤੁਸੀਂ ਇਸ ਦੀ ਬਿਜਾਈ ਕਰ ਸਕਦੇ ਹੋ। ਔਰ ਹਲਦੀ ਇੱਕ ਅਜਿਹੀ ਖੇਤੀ ਹੈ ਜਿਸ ਨੂੰ ਬਿਮਾਰੀਆਂ ਲੱਗਣ ਦੇ ਵੀ ਬਹੁਤ ਘੱਟ ਚਾਂਸ ਹੁੰਦੇ ਹਨ। ਔਰ ਇਸ ਨੂੰ ਨਾ ਤਾਂ ਕਦੇ ਕੋਈ ਬਿਮਾਰੀ ਲੱਗਦੀ ਹੈ ਅਤੇ ਨਾ ਹੀ ਕੋਈ ਛੇਤੀ ਕੀਤਿਆਂ ਇਸ ਨੂੰ ਸਪਰੇਅ ਕਰਨ ਦੀ ਲੋੜ ਪੈਂਦੀ ਹੈ। ਹਲਦੀ ਦਾ ਜਿਹੜਾ ਬੀਜ ਸੀ ਉਹ ਮੈਂ ਪਹਿਲਾਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪ੍ਰਾਪਤ ਕੀਤਾ ਸੀਗਾ ਔਰ 1 ਕਨਾਲ ਹਲਦੀ ਤੋਂ ਮੈਂ ਸਟਾਰਟਿੰਗ ਕੀਤੀ ਸੀਗੀ ਔਰ ਅੱਜ ਇਸ ਟਾਈਮ ਮੈਂ ਅੱਧੇ ਕਿੱਲੇ ਦੀ ਖੇਤੀ ਮੈਂ ਹਲਦੀ ਦੀ ਕਰ ਰਿਹਾ ਹਾਂ। ਔਰ ਇਸ ਦੀ ਕੁਆਲਿਟੀ ਜੋ ਮੈਨੂੰ ਉੱਥੋਂ ਮਿਲੀ ਸੀਗੀ ਬੀਜ ਦੀ, ਬਹੁਤ ਹੀ ਵਧੀਆ ਮਿਲੀ ਸੀ। ਔਰ ਇਸ ਦੀ ਮੈਂ ਹਲਦੀ ਦੀ ਪ੍ਰੋਸੈਸਿੰਗ ਵੀ ਆਪ ਖੁਦ ਆਪਣੇ ਹੱਥੀਂ ਕਰਕੇ ਇਸ ਦੀ ਕਿਲੋ, ਅੱਧਾ ਕਿਲੋ ਰੁਪਈਆ ਦੀ ਖੁਦ ਮੈਂ ਪੈਕਿੰਗ ਕਰਕੇ ਵੇਚਦਾ ਹਾਂ।
ਕਈ ਕਿਸਾਨ ਵੀਰੇ ਜਿਹੜੇ ਸਬਜ਼ੀਆਂ ਦੇ ਮਾਹਰ ਆ ਉਹ ਕਮਾਦ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਜਿਸ ਤਰ੍ਹਾਂ ਅਸੀਂ ਆਲੂ ਬੀਜ ਸਕਦੇ ਹਾਂ। ਆਲੂ ਦੀ ਜਿਹੜੀ ਥੋੜ੍ਹਾ ਸਮਾਂ ਲੈਣ ਵਾਲੀ ਕਿਸਮ ਹੈ ਕੁਫਰੀ ਚੰਦਰਮੁਖੀ ਆ, ਉਸ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਤੋਂ ਆਲੂਆਂ ਤੋਂ ਇਲਾਵਾ ਮਟਰ ਬੀਜੇ ਜਾ ਸਕਦੇ ਹਨ, ਲਸਣ ਬੀਜਿਆ ਜਾ ਸਕਦਾ ਹੈ, ਗੋਭੀ ਬੀਜ ਸਕਦੇ ਹਾਂ, ਫੁੱਲ ਗੋਭੀ ਬੀਜ ਸਕਦੇ ਹਾਂ, ਪੱਤ ਗੋਭੀ ਬੀਜੀ ਜਾ ਸਕਦੀ ਹੈ। ਸੋ ਵੱਖ-ਵੱਖ ਫਸਲਾਂ ਜਿਸ ਤਰ੍ਹਾਂ ਮੂਲੀ ਹੈ ਜਾਂ ਸ਼ਲਗਮ ਹੈ, ਕਿਸਾਨ ਵੀਰੋ ਉਹ ਵੀ ਤੁਸੀਂ ਇਸ ਦੇ ਵਿੱਚ ਬਿਜਾਈ ਕਰਕੇ ਤੁਸੀਂ ਤਕਰੀਬਨ 1.5 ਗੁਣਾ ਆਮਦਨ ਆਪਣੀ ਵਧਾ ਸਕਦੇ ਹੈਗੇ ਹੋ। ਸੋ ਇਹ ਜਿਹੜੀਆਂ ਫਸਲਾਂ ਪਤਝੜ ਰੁੱਤ ਦੇ ਕਮਾਦ ਵਿੱਚ ਬੀਜਣੀਆਂ ਹਨ, ਉਹ ਤੁਸੀਂ ਆਪਣਾ ਜਿਹੜਾ ਬਿਜਾਈ ਦਾ ਸਹੀ ਸਮਾਂ ਹੈਗਾ ਅੰਤਰ ਫਸਲ ਦਾ, ਉਸ ਦੇ ਹਿਸਾਬ ਨਾਲ ਹੀ ਤੁਸੀਂ ਉਹਨਾਂ ਬੀਜ ਪਾਉਣਾ ਹੈ ਅਤੇ ਉਸ ਦੇ ਏਰੀਏ ਦੇ ਮੁਤਾਬਕ ਹੀ ਤੁਸੀਂ ਖਾਦਾਂ ਦੀ ਵਰਤੋਂ ਕਰਨੀ ਹੈ। ਕਿਸਾਨ ਵੀਰੋ, ਇੱਕ ਅਸੀਂ ਸਿਫਾਰਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਸਿਫਾਰਿਸ਼ ਦਿੱਤੀ ਹੈ ਕਿ ਕਣਕ ਤੁਸੀਂ ਬਿਲਕੁਲ ਵੱਟਾਂ ਦੇ ਉੱਤੇ, ਬਿੱਡਾਂ ਦੇ ਉੱਤੇ ਬੀਜ ਕੇ ਅਤੇ ਫਰਵਰੀ ਦੇ ਮਹੀਨੇ ਦੇ ਵਿੱਚ ਜਦੋਂ ਅਸੀਂ ਪਾਣੀ ਲਾਉਣਾ ਹੈ, ਕਣਕ ਨੂੰ ਪਾਣੀ ਲਾਉਣਾ ਹੈ, ਪਾਣੀ ਲਾ ਕੇ ਉਸ ਤੋਂ ਅਗਲੇ ਦਿਨ ਜਿਹੜੀ ਹੈਗੀ ਆ ਫਰਵਰੀ ਦੇ ਮਹੀਨੇ ਵਿੱਚ ਜਿਹੜੀ ਅਸੀਂ ਬਸੰਤ ਰੁੱਤ ਦਾ ਕਮਾਦ ਆ ਉਸ ਦੀ ਕਾਸ਼ਤ ਐਜ ਅੰਤਰ ਫਸਲੀ ਤੌਰ ਤੇ ਕਰ ਸਕਦੇ ਹਾਂ। ਕੀ ਕਰਨਾ ਹੈ, ਪਾਣੀ ਲਾ ਕੇ ਅਗਲੇ ਦਿਨ ਗਿੱਲੇ ਤਰ ਬੱਤਰ ਦੇ ਵਿੱਚ ਜਿਹੜੀਆਂ ਪੋਰੀਆਂ ਰੱਖ ਕੇ ਉਹਦੇ ਵਿੱਚੋਂ ਪੈਰ ਨਾਲ ਉਸ ਨੂੰ ਦਬਾ ਦੇਣਾ ਚਾਹੀਦਾ ਹੈ। ਅਤੇ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋਊਗਾ ਕਿ ਜਿਹੜਾ ਤੁਹਾਡਾ ਕਮਾਦ ਆ ਤਕਰੀਬਨ ਮਾਰਚ ਦੇ ਵਿੱਚ ਫਟਾਰਾ ਲੈ ਲੈਂਦਾ ਹੈ ਅਤੇ ਤੁਸੀਂ ਇਸ ਤੋਂ ਲਗਭਗ 2 ਫਸਲਾਂ ਦੇ ਬਰਾਬਰ ਕਣਕ ਪਲੱਸ ਜਿਹੜਾ ਹੈਗਾ ਕਮਾਦ ਹੈ, ਸੋ 2 ਫਸਲਾਂ ਦੇ ਬਰਾਬਰ ਤੁਸੀਂ ਆਮਦਨ ਲੈ ਸਕਦੇ ਹੋ ਅਤੇ ਆਪਣਾ ਮੁਨਾਫਾ ਵਧਾ ਸਕਦੇ ਹੋ। ਜਦੋਂ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਕਲਾਸਾਂ ਆਪਣੀਆਂ ਟ੍ਰੇਨਿੰਗ ਲਈ ਸੀਗੀ, ਕ੍ਰਿਸ਼ੀ ਵਿਗਿਆਨ ਕੇਂਦਰ ਦੁਆਰਾ ਟ੍ਰੇਨਿੰਗ ਪ੍ਰਾਪਤ ਕੀਤੀ। ਉਹਨਾਂ ਨੇ ਮੈਨੂੰ ਮਧੂ ਮੱਖੀਆਂ ਦਾ ਕੰਮ ਕਰਨ ਦੇ ਨਾਲ ਮੰਡੀਕਰਨ ਦਾ ਤਰੀਕਾ ਵੀ ਦੱਸਿਆ ਸੀਗਾ, ਜੋ ਕਿ ਅੱਜ ਮੇਰੇ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ ਔਰ ਮੇਰੇ ਧੰਦੇ ਦੇ ਵਿੱਚ ਬਹੁਤ ਹੀ ਸਹਾਇਕ ਹੋ ਰਿਹਾ ਹੈ ਮੇਰੇ ਨਾਲ। ਜਦੋਂ ਤੁਸੀਂ ਸ਼ਹਿਦ ਦੀ ਪ੍ਰੋਡਕਸ਼ਨ ਕਰ ਲੈਂਦੇ ਹੋ ਤਾਂ ਇਸ ਦਾ ਮੰਡੀਕਰਨ ਬਹੁਤ ਹੀ ਜ਼ਰੂਰੀ ਹੈ। ਇਸ ਦਾ ਮੰਡੀਕਰਨ ਕਰਨ ਵਾਸਤੇ ਸਭ ਤੋਂ ਪਹਿਲਾਂ ਇਸ ਨੂੰ ਸ਼ਹਿਦ ਨੂੰ ਸਾਫ਼ ਸੁਥਰਾ ਕਰਨਾ, ਉਸ ਦੀ ਪੈਕਿੰਗ ਕਰਨਾ, ਉਸ ਦੇ ਪੈਕਿੰਗ ਦੇ ਉੱਪਰ ਆਪਣਾ ਮਾਰਕਾ ਲਗਾਉਣਾ, ਫਿਰ ਉਸ ਦੀ ਮਾਰਕੀਟਿੰਗ ਜਾਂ ਉਸ ਦੀ ਮਸ਼ਹੂਰੀ ਕਰਨਾ, ਇਹ ਸਭ ਗੱਲਾਂ ਮੈਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਾਈਆਂ ਗਈਆਂ ਸੀ, ਸਿੱਖੀਆਂ ਮੈਂ ਉਸ ਕੋਲੋਂ। ਔਰ ਮੈਂ ਅੱਜ ਇਸ ਤਰੀਕੇ ਨਾਲ ਆਪਣੇ ਸ਼ਹਿਦ ਦੀ ਵਿਕਰੀ ਕਰ ਰਿਹਾ ਹਾਂ ਕਿ ਕਿਲੋ, ਅੱਧਾ ਕਿਲੋ ਔਰ ਪਾਈਆ ਦੀ ਪੈਕਿੰਗ ਮੈਂ ਕਰ ਰਿਹਾ ਹਾਂ। ਗੱਲ ਕਰ ਲਈਏ ਸ਼ਹਿਦ ਦੀ ਸਾਫ਼ ਸਫਾਈ ਦੀ, ਕਿਉਂਕਿ ਜਦੋਂ ਆਪਾਂ ਸ਼ਹਿਦ ਕੱਢਦੇ ਹਾਂ ਤਾਂ ਇਸ ਵਿੱਚ ਸ਼ਹਿਦ ਕੱਢਦੇ ਸਮੇਂ ਮੱਖੀਆਂ, ਮੋਮ ਜਾਂ ਹੋਰ ਵੀ ਪੋਲਨ ਜੋ ਮੱਖੀਆਂ ਬਾਹਰੋਂ ਆਪਣਾ ਲੈ ਕੇ ਆਉਂਦੀਆਂ ਹਨ, ਪੋਲਨ ਦੀ ਮਾਤਰਾ, ਇਹ 3 ਚੀਜ਼ਾਂ ਵਿੱਚ ਸ਼ਹਿਦ ਦੇ ਮਿਕਸ ਹੋ ਜਾਂਦੀਆਂ ਹਨ। ਸੋ ਇਸ ਦੇ ਵਿੱਚੋਂ ਇਸ ਨੂੰ ਸਾਫ਼ ਕਰਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਇਹ ਸਭ ਚੀਜ਼ਾਂ ਸ਼ਹਿਦ ਦੇ ਵਿੱਚ ਰਹਿਣਗੀਆਂ ਤਾਂ ਤੁਸੀਂ ਸ਼ਹਿਦ ਨੂੰ ਵੇਚ ਨਹੀਂ ਸਕਦੇ, ਕਿਉਂਕਿ ਉਹ ਦੇਖਣ ਵਿੱਚ ਸੋਹਣਾ ਨਹੀਂ ਲੱਗੇਗਾ ਔਰ ਜੇ ਚੀਜ਼ ਸੋਹਣੀ ਨਹੀਂ ਲੱਗੇਗੀ ਤਾਂ ਉਹ ਵਿਕੇਗੀ ਨਹੀਂ। ਇਸ ਲਈ ਉਸ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸ਼ਹਿਦ ਕੱਢਣ ਤੋਂ ਪਹਿਲਾਂ ਤੁਸੀਂ ਉਸ ਨੂੰ ਸਾਫ਼ ਕਰਦੇ ਹਾਂ ਔਰ ਉਸ ਤੋਂ ਬਾਅਦ ਉਸ ਦੀ ਪੈਕਿੰਗ ਜੋ ਮੈਂ ਕੱਚ ਦੀ ਸ਼ੀਸ਼ੀ ਵਿੱਚ ਕਰਦਾ ਹਾਂ ਔਰ ਲੰਮੇ ਸਮੇਂ ਵਿੱਚ ਉਸ ਨੂੰ ਕੱਚ ਦੀ ਸ਼ੀਸ਼ੀ ਵਿੱਚ ਪੈਕਿੰਗ ਕਰਨ 'ਤੇ ਉਸ ਨੂੰ ਆਪਾਂ ਲੰਮੇ ਸਮੇਂ ਤੱਕ ਰੱਖ ਸਕਦੇ ਹਾਂ। ਮਧੂ ਮੱਖੀਆਂ ਦੀ ਸਾਂਭ ਸੰਭਾਲ ਸਿਆਲ ਅਤੇ ਗਰਮੀਆਂ ਵਿੱਚ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸਿਆਲ ਦੇ ਵਿੱਚ ਜਿਵੇਂ ਤੁਸੀਂ ਕਹਿ ਸਕਦੇ ਹਾਂ ਕਿ ਇਸ ਨੂੰ ਧੁੱਪ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਔਰ ਗਰਮੀਆਂ ਵਿੱਚ ਇਸ ਨੂੰ ਛਾਵੇਂ ਰੱਖਣਾ ਬਹੁਤ ਜ਼ਰੂਰੀ ਹੈ। ਮਧੂ ਮੱਖੀਆਂ ਨੂੰ ਜੇਕਰ ਗਰਮੀ ਵਿੱਚ ਧੁੱਪੇ ਪਏ ਰਹਿਣਗੇ ਤਾਂ ਡੱਬੇ, ਇਹ ਗਰਮੀ ਕਾਰਨ ਜੋ ਮੱਖੀ ਹੈ ਉਹ ਡੱਬਾ ਛੱਡ ਕੇ ਉੱਡ ਜਾਂਦੀ ਹੈ, ਅਤੇ ਸਿਆਲ ਵਿੱਚ ਜੇਕਰ ਇਹ ਡੱਬੇ ਛਾਂ ਵਿੱਚ ਪਏ ਰਹਿਣ ਤਾਂ ਜ਼ਿਆਦਾ ਠੰਡ ਹੋਣ ਕਾਰਨ ਇਹ ਡੱਬੇ ਮੱਖੀਆਂ ਨੂੰ ਠੰਡ ਲੱਗਣ ਦੇ ਕਾਰਨ ਤਾਂ ਵੀ ਡੱਬਾ ਇਹ ਖਾਲੀ ਕਰਕੇ ਉੱਡ ਜਾਂਦੀਆਂ ਹਨ ਅਤੇ ਧੁੱਪ ਵਾਲੀ ਜਗ੍ਹਾ ਲੱਭ ਲੈਂਦੀਆਂ ਹਨ। ਮਧੂ ਮੱਖੀਆਂ ਦੀ ਜੇਕਰ ਬਿਮਾਰੀ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ ਗਰਮੀ ਦੇ ਵਿੱਚ ਕਈ ਬਿਮਾਰੀਆਂ ਲੱਗਦੀਆਂ ਹਨ, ਜਿਨ੍ਹਾਂ ਦੀ ਰੋਕਥਾਮ ਲਈ ਆਪਾਂ ਨੂੰ ਸਮੇਂ-ਸਮੇਂ 'ਤੇ ਇਹਨਾਂ ਡੱਬਿਆਂ ਦੀ ਦੇਖਭਾਲ ਕਰਨੀ ਜ਼ਰੂਰੀ ਹੈ। ਕਿਸਾਨ ਵੀਰੋ, ਇੱਕ ਜਿਹੜੀ ਹੈਗੀ ਆ ਬਸੰਤ ਰੁੱਤ ਦੇ ਵਿੱਚ ਅਸੀਂ ਇੱਕ ਫਸਲ ਬੀਜਦੇ ਹਾਂ ਸੂਰਜਮੁਖੀ। ਆਮ ਤੌਰ 'ਤੇ ਕਿਸਾਨ ਵੀਰੋ 2 ਫੁੱਟ ਇੰਟੂ 1 ਫੁੱਟ 'ਤੇ ਅਸੀਂ ਇਸ ਦੀ ਕਾਸ਼ਤ ਦੀ ਸਿਫਾਰਿਸ਼ ਕਰਦੇ ਹੈਗੇ ਹਾਂ। ਅਤੇ ਜਦੋਂ ਅਸੀਂ ਅੰਤਰ ਫਸਲਾਂ ਬੀਜਣੀਆਂ ਹਨ ਤਾਂ ਉਸ ਸਮੇਂ ਕੀ ਕਰਨਾ ਹੈ, 2 ਫੁੱਟ ਦੀ ਬਜਾਏ ਸਾਨੂੰ ਸੂਰਜਮੁਖੀ ਦੀ ਜਿਹੜੀ ਕਾਸ਼ਤ ਹੈਗੀ ਆ ਉਹ 4 ਫੁੱਟ 'ਤੇ ਕਰ ਲੈਣੀ ਚਾਹੀਦੀ ਹੈ।
ਤੇ ਬੂਟੇ ਤੋਂ ਬੂਟੇ ਦਾ ਫਾਸਲਾ 1 ਫੁੱਟ ਦੀ ਬਜਾਏ ਅੱਧੇ ਫੁੱਟ ਤੇ ਸਾਨੂੰ ਕਰ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕੀ ਆ, ਸਾਨੂੰ ਜਿਹੜੀਆਂ 2 ਲਾਈਨਾਂ ਹੈਗੀਆਂ ਉਸ ਦੇ ਵਿੱਚ ਵਧੇਰੇ ਸਾਨੂੰ ਫਾਸਲਾ ਮਿਲੂਗਾ ਤੇ ਉਸ ਦੇ ਵਿੱਚ ਅਸੀਂ 2 ਜਿਹੜੀਆਂ ਲਾਈਨਾਂ ਹੈਗੀਆਂ ਉਹ ਪੁਦੀਨੇ ਦੀਆਂ ਲੈ ਸਕਦੇ ਹਾਂ। ਕਿਸਾਨ ਵੀਰੋ, 2 ਲਾਈਨਾਂ ਜਦੋਂ ਪੁਦੀਨੇ ਦੀਆਂ ਤੁਸੀਂ ਕਾਸ਼ਤ ਇਸ ਵਿੱਚ ਸੂਰਜਮੁਖੀ 'ਚ ਕਰੋਗੇ ਤਾਂ ਤਕਰੀਬਨ ਤੁਹਾਨੂੰ 30 ਤੋਂ ਲੈ ਕੇ 40 ਲੀਟਰ ਪੁਦੀਨੇ ਦਾ ਜਿਹੜਾ ਤੇਲ ਹੈ ਉਹ ਮਿਲ ਜੂਗਾ ਤੇ ਤੁਸੀਂ ਤਕਰੀਬਨ 30 ਤੋਂ ਲੈ ਕੇ 40,000 ਰੁਪਈਆ ਪ੍ਰਤੀ ਏਕੜ ਵਧੇਰੇ ਆਮਦਨ ਸੂਰਜਮੁਖੀ ਤੋਂ ਲੈ ਸਕਦੇ ਹੋ। ਸੂਰਜਮੁਖੀ ਪਲੱਸ ਜਿਹੜੀ ਕਰੋਗੇ ਆਪਣੇ ਪੁਦੀਨੇ ਦੀ ਅੰਤਰ ਫਸਲ ਬੀਜ ਕੇ ਵਧੇਰੇ 1.5 ਗੁਣਾ ਵਧੇਰੇ ਜਾਂ ਈਵਨ ਤੁਸੀਂ ਦੁੱਗਣਾ ਹੀ ਵੀ ਮੁਨਾਫਾ ਲੈ ਸਕਦੇ ਹੋ। ਸੋ ਕਿਸਾਨ ਵੀਰੋ, ਪੁਦੀਨੇ ਦੇ ਵਿੱਚ ਇੱਕ ਅਸੀਂ ਹੋਰ ਫਸਲ ਦੀ ਸਿਫਾਰਿਸ਼ ਕੀਤੀ ਹੈ, ਉਹ ਹੈ ਪਿਆਜ਼। ਸੋ ਪੁਦੀਨਾ ਬੀਜ ਕੇ 45 ਸੈਂਟੀਮੀਟਰ ਦੇ ਪੁਦੀਨਾ ਅਸੀਂ ਬੀਜਦੇ ਹਾਂ 1.5 ਫੁੱਟ ਦੀ ਵਿੱਥ ਤੇ। ਉਸ ਦੇ ਵਿੱਚ ਜਿਹੜੀ ਇੱਕ ਲਾਈਨ ਹੈਗੀ ਆ ਉਹ ਅਸੀਂ ਪਿਆਜ਼ਾਂ ਦੀ ਪਨੀਰੀ ਜਨਵਰੀ ਦੇ ਅਖੀਰ ਦੇ ਵਿੱਚ ਜਾਂ ਫਰਵਰੀ ਦੇ ਸ਼ੁਰੂ ਦੇ ਵਿੱਚ ਅਸੀਂ ਲਾ ਸਕਦੇ ਹਾਂ। ਸੋ ਜਿਹੜਾ ਪਨੀਰੀ ਜਦੋਂ ਕਿਸਾਨ ਵੀਰੋ ਲਾਉਣੀ ਆ ਤਾਂ ਤਕਰੀਬਨ 7.5 ਸੈਂਟੀਮੀਟਰ ਦਾ ਫਾਸਲਾ ਤੁਸੀਂ ਇੱਕ ਬੂਟੇ ਤੋਂ ਪਿਆਜ਼ ਦੇ ਇੱਕ ਬੂਟੇ ਤੋਂ ਦੂਜੇ ਬੂਟੇ ਦਾ ਫਾਸਲਾ ਰੱਖਣਾ ਹੈ, ਤਾਂ ਕਿ ਉਸ ਦੀ ਜਿਹੜੀ ਪਲਾਂਟ ਪਾਪੂਲੇਸ਼ਨ ਆ ਉਹ ਜ਼ਿਆਦਾ ਅਸੀਂ ਲੈ ਸਕੀਏ ਤੇ ਉਸ ਤੋਂ ਸਾਨੂੰ ਜ਼ਿਆਦਾ ਝਾੜ ਲੈ ਸਕਦੇ, ਜ਼ਿਆਦਾ ਆਮਦਨ ਲੈ ਸਕਦੇ ਹਾਂ। ਜੋ ਕਈ ਕਿਸਾਨ ਵੀਰ ਬੈੱਡਾਂ 'ਤੇ ਵੀ ਕਾਸ਼ਤ ਕਰਦੇ ਆ, ਸੋ ਅਸੀਂ ਬੈੱਡਾਂ 'ਤੇ ਵੀ ਕਾਸ਼ਤ ਕਰਦੇ ਹਾਂ ਜਾਂ ਤੁਸੀਂ ਫਲੈਟ ਸੋਇੰਗ ਵੀ ਕਰ ਸਕਦੇ ਹੋ। ਦੋਨਾਂ ਤਰੀਕਿਆਂ ਦੇ ਨਾਲ ਜੇ ਬੈੱਡ 'ਤੇ ਕਰਨਾ ਤਾਂ ਇੱਕ ਲਾਈਨ ਪੁਦੀਨੇ ਦੀ ਤੇ ਦੂਜੀ ਲਾਈਨ ਜਿਹੜੀ ਹੈਗੀ ਆ ਉਹ ਤੁਸੀਂ ਪਿਆਜ਼ਾਂ ਦੀ ਲੈ ਸਕਦੇ ਹੋ। ਸੋ ਅਜਿਹਾ ਕਰਨ ਨਾਲ ਤੁਸੀਂ ਵਧੇਰੇ ਆਮਦਨ ਪ੍ਰਾਪਤ ਕਰ ਸਕਦੇ ਹੋ, ਵਧੇਰੇ ਮੁਨਾਫਾ ਲੈ ਸਕਦੇ ਹੋ। ਕਿਸਾਨ ਵੀਰੋ, ਜਿਹੜਾ ਅੱਗੇ ਬਸੰਤ ਰੁੱਤ ਦਾ ਕਮਾਦ ਹੈ ਉਸ ਦੇ ਵਿੱਚ ਵੀ ਅਸੀਂ 2 ਜਾਂ 3 ਫਸਲਾਂ ਜਿਹੜੀਆਂ ਅੰਤਰ ਤੌਰ 'ਤੇ ਅਸੀਂ ਬੀਜ ਸਕਦੇ ਹਾਂ। ਇਹਦੇ ਕਿਸਾਨ ਵੀਰੋ, ਇਹ 2 ਤਰੀਕੇ ਹਨ ਬਿਜਾਈ ਦੇ। ਜਦੋਂ ਅਸੀਂ ਬਸੰਤ ਰੁੱਤ 'ਚ ਕਮਾਦ ਬੀਜਣਾ ਹੈ ਉਸ ਦੀ ਸਾਡੀ ਸਿਫਾਰਿਸ਼ ਹੈ 75 ਸੈਂਟੀਮੀਟਰ ਦੀ, ਲੇਕਿਨ ਪਤਝੜ ਵਿੱਚ ਹੈਗੀ ਸਾਡੀ 90 ਸੈਂਟੀਮੀਟਰ ਦੀ। ਸੋ ਬਸੰਤ ਰੁੱਤ ਦੇ ਵਿੱਚ 2 ਕਤਾਰਾਂ ਦੇ ਵਿੱਚ ਗੰਨੇ ਦੀਆਂ 2 ਕਤਾਰਾਂ ਦੇ ਵਿੱਚ ਇੱਕ ਕਤਾਰ ਜਿਹੜੀ ਹੈਗੀ ਆ ਅਸੀਂ ਮੂੰਗੀ, ਗਰਮੀ ਰੁੱਤ ਦੀ ਮੂੰਗੀ ਜਾਂ ਗਰਮੀ ਰੁੱਤ ਦੀ ਮਾਂਹ ਦੀ ਅਸੀਂ ਉਸ ਦੀ ਸਿਫਾਰਿਸ਼ ਕਰਦੇ ਹਾਂ। ਜਾਂ ਕਿਸਾਨ ਵੀਰੋ, ਤੁਸੀਂ ਇੱਕ ਕਤਾਰ ਜਿਹੜੀ ਹੈਗੀ ਆ ਪੁਦੀਨੇ ਦੀ ਲਗਾ ਕੇ ਤੇ ਤੁਸੀਂ ਗੰਨੇ ਦੇ ਵਿੱਚ ਅੰਤਰ ਫਸਲਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਉਸ ਤੋਂ ਵੱਧ ਵਧੇਰੇ ਮੁਨਾਫਾ ਲੈ ਸਕਦੇ ਹੋ ਤੇ ਆਪਦੀ ਆਮਦਨ 'ਚ ਵਾਧਾ ਕਰ ਸਕਦੇ ਹੋ। ਸੋ ਮੈਂ ਇਹ ਕਿਸਾਨ ਵੀਰਾਂ ਨੂੰ ਕਹਿਣਾ ਚਾਹੂੰਗਾ ਕਿ ਕਿਸਾਨ ਵੀਰੋ, ਜਿੰਨਾ ਤੁਸੀਂ ਵੱਧ ਤੋਂ ਵੱਧ ਖਾਸ ਕਰਕੇ ਜਿਹੜੇ ਛੋਟੇ ਕਿਸਾਨ ਵੀਰ ਹੈਗੇ ਆ ਉਹ ਵੀ ਆਪਣੇ ਅੰਤਰ ਫਸਲਾਂ ਦੇ ਤੌਰ ਤੇ 2 ਫਸਲਾਂ ਲੈ ਕੇ ਤੇ ਆਪਣੀ ਆਮਦਨ ਦੇ ਵਿੱਚ ਕਾਫੀ ਮੁਨਾਫਾ ਕਰ ਸਕਦੇ ਹਨ। ਸੋ ਮੇਰੀ ਯੂਨੀਵਰਸਿਟੀ ਵੱਲੋਂ ਇਹ ਆਪ ਦੇ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨਾ ਰਕਬਾ ਤੁਸੀਂ ਵਧਾ ਸਕਦੇ ਹੋ ਅੰਤਰ ਫਸਲਾਂ ਥੱਲੇ ਰਕਬਾ ਵਧਾਓ। ਜਿਵੇਂ ਕਿ ਮਧੂ ਮੱਖੀਆਂ ਨੂੰ ਮੋਮੀ ਕੀੜਾ ਲੱਗਣਾ, ਇਹ ਮੋਮੀ ਕੀੜਾ ਮਧੂ ਮੱਖੀਆਂ ਨੂੰ ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾ ਲੱਗਦਾ ਹੈ, ਕਿਉਂਕਿ ਉਸ ਸਮੇਂ ਵਿੱਚ ਫੁੱਲ ਫਲਾਕਾ ਜਾਂ ਬਾਹਰੋਂ ਜੋ ਨੈਕਟਰ ਮੱਖੀ ਲੈ ਕੇ ਆਉਂਦੀ ਹੈ ਉਹ ਨਹੀਂ ਹੁੰਦਾ ਤੇ ਮੱਖੀ ਦੀ ਖੁਰਾਕ ਘਟਣ ਕਾਰਨ ਜੋ ਮੱਖੀ ਦੀ ਗਿਣਤੀ ਘਟ ਜਾਂਦੀ ਹੈ ਵਿੱਚੋਂ, ਉਸ ਕਾਰਨ ਮੋਮੀ ਕੀੜਾ ਇਹਨਾਂ ਦੇ ਛੱਜਿਆਂ ਉੱਪਰ ਹੈਵੀ ਹੋ ਜਾਂਦਾ ਹੈ, ਜਿਸ ਕਾਰਨ ਉਹ ਛੱਜੇ ਖਾਣੇ ਸ਼ੁਰੂ ਕਰ ਦਿੰਦਾ ਹੈ ਅਤੇ ਮੱਖੀ ਡੱਬਾ ਛੱਡ ਕੇ ਉੱਡ ਜਾਂਦੀ ਹੈ। ਇਸ ਲਈ ਇਸ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਸ ਮੋਮੀ ਕੀੜੇ ਤੋਂ ਬਚਾਅ ਕਰਨ ਲਈ ਇੱਕ ਸਲਫਰ ਦੀ ਦਵਾਈ ਆਉਂਦੀ ਹੈ ਜੋ ਕਿ ਇਸ ਦੇ ਡੱਬੇ ਦੇ ਉੱਪਰ ਉਸ ਦਾ ਧੂੜਾ ਦਿੱਤਾ ਜਾਂਦਾ ਹੈ। ਉਸ ਨਾਲ ਜੋ ਮੋਮੀ ਕੀੜਾ ਹੈ ਉਹ ਛੱਜੇ ਨੂੰ ਨਹੀਂ ਖਾਂਦਾ ਅਤੇ ਉਸ ਨਾਲ ਮੱਖੀ ਦਾ ਕਾਫੀ ਹੱਦ ਤੱਕ ਬਚਾਅ ਰਹਿੰਦਾ ਹੈ। ਸਿਆਲ ਵਿੱਚ ਓਨਾ ਹੀ ਖਿਆਲ ਜਿੰਨਾ ਗਰਮੀਆਂ ਵਿੱਚ ਅਸੀਂ ਰੱਖਦੇ ਹਾਂ ਓਨਾ ਹੀ ਖਿਆਲ ਸਰਦੀਆਂ ਵਿੱਚ ਵੀ ਮੱਖੀਆਂ ਦਾ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਠੰਡ ਕਾਰਨ ਜੋ ਮੱਖੀ ਹੈ ਉਹ ਬਹੁਤ ਹੀ ਛੇਤੀ ਡੱਬੇ ਨੂੰ ਛੱਡ ਜਾਂਦੀ ਹੈ। ਇਸ ਲਈ ਜਿੰਨਾ ਵੀ ਜਗ੍ਹਾ ਡੱਬੇ ਦੇ ਵਿੱਚ ਤੁਹਾਡੀ ਖਾਲੀ ਹੋਵੇ ਉਸ ਵਿੱਚ ਤੁਸੀਂ ਪੈਕਿੰਗ ਦੇ ਕੇ ਜੋ ਹੈ ਉਸ ਡੱਬੇ ਨੂੰ ਕਵਰ ਕਰ ਸਕਦੇ ਹੋ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਮੇਰੇ ਕੋਲ 3 ਏਕੜ ਜ਼ਮੀਨ ਹੈ ਔਰ ਮੈਂ ਆਪਣੇ ਛੋਟੇ ਕਿਸਾਨ ਭਰਾਵਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਉਹ ਆਪਣੇ ਥੋੜ੍ਹੀ ਜ਼ਮੀਨ ਦੇ ਨਾਲ ਨਾਲ ਇਹ ਸਹਾਇਕ ਧੰਦੇ ਜਿਵੇਂ ਮਧੂ ਮੱਖੀ ਪਾਲਕ ਔਰ ਹਲਦੀ ਦੀ ਖੇਤੀ ਜਾਂ ਫੁੱਲਾਂ ਦੀ ਖੇਤੀ, ਖੁੰਬਾਂ ਦੀ ਕਾਸ਼ਤ ਜਾਂ ਹੋਰ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਛੋਟੇ ਕਿੱਤੇ ਜਿਨ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ, ਉਹ ਸਿਖਲਾਈ ਲੈ ਕੇ ਆਪਣਾ ਬਹੁਤ ਹੀ ਵਧੀਆ ਰੁਜ਼ਗਾਰ ਪ੍ਰਾਪਤ ਕਰ ਸਕਦੇ ਆ। ਜੋ ਕਿ ਛੋਟੇ ਪੱਧਰ ਦੇ ਕਿਸਾਨ ਹਨ ਉਹ ਇਸ ਧੰਦੇ ਨੂੰ ਅਪਣਾ ਸਕਦੇ ਹਨ ਅਤੇ ਬਹੁਤ ਹੀ ਵਧੀਆ ਆਮਦਨ ਇਸ ਤੋਂ ਪ੍ਰਾਪਤ ਕੀਤੀ ਜਾਂਦੀ ਹੈ।